ਸ਼੍ਰੀ ਅਨੰਦਪੁਰ ਸਾਹਿਬ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜੀ ਗੁਰੂ ਰੂਪ ਸੰਗਤ ਜੀ, ਵਿਸਾਖੀ ਦੇ ਮੌਕੇ ਤੇ ਆਪਾਂ ਚਰਨ ਪਰਸਦੇ ਪਏ ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਬਾ ਕਮਾਲ ਗੁਰ ਇਤਿਹਾਸ ਰਚਿਆ। ਸ਼੍ਰੀ ਕਲਗੀਧਰ ਚਮਤਕਾਰ ਦੇ ਰਾਹੀਂ ਆਪਾਂ ਗੁਰ ਇਤਿਹਾਸ ਨੂੰ ਨੇੜੇ ਹੋ ਕੇ ਤੱਕਣ ਦਾ ਉਪਰਾਲਾ ਕਰਦੇ ਪਏ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਇਤਿਹਾਸ ਦੇ ਨਾਲ ਜੁੜੇ ਹਾਂ। ਕਿਵੇਂ ਉਹ ਦੀਨ ਦੁਖੀਆਂ ਦੀ ਮਦਦ ਕਰਦੇ ਤੇ ਗੁਰਸਿੱਖਾਂ ਦੇ ਨਾਲ ਕੈਸਾ ਸਨੇਹ ਪਿਆਰ ਸੀ ਉਹਨਾਂ ਦਾ। ਸੋ ਆਪਾਂ ਆਪਣੀ ਸੁਰਤੀ ਬਿਰਤੀ ਨੂੰ ਆਓ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਚੱਲੀਏ। ਆਓ ਅਨੰਦਪੁਰ ਸਾਹਿਬ ਦੀ ਅਕੀਦਤ ਕਰੀਏ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰੀਏ। ਪਿਓ ਮਿਲ ਜਾਏ ਕਲਗੀਧਰ ਵਰਗਾ, ਪਿਓ ਮਿਲ ਜਾਏ ਕਲਗੀਧਰ ਵਰਗਾ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜੇ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਅਨੰਦਪੁਰ ਵਰਗੀ ਛਾਂ ਮਿਲ ਜੇ, ਪਿਓ ਮਿਲ ਜਾਏ ਕਲਗੀਧਰ ਵਰਗਾ। ਸੋ ਸੰਗਤ ਜੀ, ਇਹ ਭਾਵਨਾ ਆਪਣੇ ਮਨ ਦੇ ਵਿੱਚ ਲੈ ਕੇ ਚੱਲੀਏ। ਅਸੀਂ ਗੁਰੂ ਕਲਗੀਧਰ ਪਾਤਸ਼ਾਹ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਧੀਆਂ ਬਣ ਸਕੀਏ। ਅਨੰਦਪੁਰ ਸਾਹਿਬ ਦਾ ਵਾਸਾ ਸਾਨੂੰ ਵੀ ਨਸੀਬ ਹੋਵੇ। ਸੋ ਭਾਈ ਗੁਲਾਬਾ ਤੇ ਉਹਦੀ ਪਤਨੀ ਗੁਲਾਬੀ, ਇਸ ਪ੍ਰਸੰਗ ਦੇ ਨਾਲ ਆਪਾਂ ਜੁੜੇ ਹੋਏ ਹਾਂ ਸੰਗਤ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਪਹੁੰਚ ਕੇ ਘੁੰਮ ਘੁਮਾ ਕੇ ਜਿਹੜੀਆਂ ਸੰਗਤਾਂ ਨੇ ਪਿਛਲਾ ਐਪੀਸੋਡ ਨਹੀਂ ਦੇਖਿਆ, ਉਹਨਾਂ ਨੂੰ ਥੋੜ੍ਹੇ ਜਿਹੇ ਸਮੇਂ 'ਚ ਦੱਸਦੇ ਜਾਈਏ ਕਿ ਇਹ ਹੁਸ਼ਿਆਰਪੁਰ ਦੇ ਰਹਿਣ ਵਾਲਾ ਜੋੜਾ ਹੈ। ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰਦਾ ਮੁਸਲਮਾਨ ਹੋ ਗਿਆ। ਮੁਸਲਮਾਨ ਬਣ ਕੇ ਦਿੱਲੀ ਚਲਾ ਗਿਆ ਮਾਲੀ ਬਣ ਕੇ। ਉੱਥੇ ਹਕੀਮ ਅਬੁਲ ਤਰਾਬ ਦੇ ਬਾਗ ਦੇ ਵਿੱਚ ਮਾਲੀ ਦੀ ਸੇਵਾ ਕੀਤੀ, ਪਰ ਮਨ ਦੇ ਵਿੱਚ ਉਹ ਪਛਤਾਪ ਰਿਹਾ ਕਿ ਅਸੀਂ ਆਪਣਾ ਹਿੰਦੂ ਧਰਮ ਛੱਡ ਦਿੱਤਾ, ਅਸੀਂ ਡਰਦੇ ਹਾਂ ਇਸਲਾਮ ਦੇ ਵਿੱਚ ਚਲੇ ਗਏ। ਇਸ ਸਾਰੇ ਪਛਤਾਪ ਦਾ ਜੇ ਸਿਲਸਿਲਾ ਚੱਲਦਾ ਪਿਆ ਸੀ ਕਿ ਔਰੰਗਜ਼ੇਬ ਨੇ ਇੱਕ ਹੋਰ ਵਿਉਂਤ ਘੜੀ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਜੋ ਟਕਰਾਅ ਚੱਲਦਾ ਪਿਆ ਸੀ, ਤੇ ਉਹਨੇ ਹਕੀਮ ਅਬੁਲ ਤਰਾਬ ਨੂੰ ਜਸੂਸੀ ਵਾਸਤੇ ਅਨੰਦਪੁਰ ਸਾਹਿਬ ਭੇਜਣ ਦੀ ਯੋਜਨਾ ਬਣਾਈ। ਤੇ ਅੱਗੋਂ ਹਕੀਮ ਨੇ ਆਪਣੇ ਇਹਨਾਂ ਦੋਨਾਂ ਨੂੰ ਵਫਾਦਾਰ ਸਮਝਦੇ ਹੋਏ, ਗੁਲਾਬਾ ਤੇ ਗੁਲਾਬੀ, ਇਹਨਾਂ ਨੂੰ ਐਡਵਾਂਸ ਪਾਰਟੀ ਭੇਜ ਦਿੱਤਾ ਕਿ ਤੁਸੀਂ ਜਾ ਕੇ ਪਹਿਲਾਂ ਉੱਥੇ ਸੂਹ ਲਓ, ਖਬਰ ਦਿਓ, ਤੇ ਫਿਰ ਮੈਂ ਆਉਂਦਾ। ਸੋ ਇਹ ਦੋਨੋਂ ਹਿੰਦੂ ਭੇਸ ਦੇ ਵਿੱਚ ਆ ਜਾਂਦੇ ਨੇ। ਇੱਥੇ ਆ ਕੇ ਜੋ ਅਨੰਦਪੁਰ ਸਾਹਿਬ ਦੀ ਆਬੋ ਹਵਾ ਤੱਕਦੇ ਨੇ, ਤੇ ਦੋ ਦ੍ਰਿਸ਼ਟਾਂਤ ਜਿਹੜੇ ਇਹਨਾਂ ਨੇ ਉਸ ਵੇਲੇ ਤੱਕੇ ਨੇ। ਇੱਕ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਇੱਕ ਸਿੰਘ ਨੂੰ ਵਿਦਾ ਕਰਦੇ ਨੇ, ਉਹਦੇ ਬਬਾਨ ਨੂੰ ਆਪ ਜਾ ਕੇ ਮਿਹਰਾਂ ਦੇ ਕੇ ਉਹਨੂੰ ਵਿਦਾਇਗੀ ਦਿੰਦੇ ਨੇ, ਉਹ ਤੱਕੇ ਐਸ ਨੇ। ਤੇ ਦੂਸਰਾ ਗੁਰੂ ਕਲਗੀਧਰ ਪਾਤਸ਼ਾਹ ਦੁਸ਼ਮਣ ਦੇ ਇੱਕ ਉੱਚ ਅਧਿਕਾਰੀ ਨੂੰ, ਇੱਕ ਆਲਾ ਅਫਸਰ ਨੂੰ
ਉਹਦੀ ਜਾਨ ਬਚਾਉਂਦੇ ਨੇ, ਜਿਹੜਾ ਕਿ ਬੜਾ ਵੈਰ ਰੱਖਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ। ਇਹ ਸਾਰਾ ਕੁਝ ਤੱਕ ਕਿ ਅਨੰਦਪੁਰ ਸਾਹਿਬ ਦੀ ਆਬੋ ਹਵਾ, ਉੱਥੋਂ ਦਾ ਵਾਤਾਵਰਨ, ਉੱਥੇ ਦੀਆਂ ਗੁਰਬਾਣੀ ਦੀਆਂ ਧੁਨਾਂ, ਉੱਥੋਂ ਦੀ ਸੇਵਾ ਭਗਤੀ ਬੰਦਗੀ, ਸਾਰਾ ਕੁਝ ਇਹਨਾਂ ਦੀ ਰੂਹ 'ਤੇ ਬੜਾ ਗਹਿਰਾ ਪ੍ਰਭਾਵ ਪਾ ਰਹੇ ਨੇ। ਤੇ ਇੱਥੇ ਆ ਕੇ ਜੋ ਗੁਰੂ ਕਾ ਬਾਗ ਭਾਈ ਕੇਸਰਾ ਸਿੰਘ ਤੇ ਬੀਬੀ ਉਹਦੀ ਸਿੰਘਣੀ ਜੋ ਹੈ ਕਰਮ ਕੌਰ, ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ। ਤੇ ਕਿਉਂਕਿ ਪਹਿਲਾਂ ਵੀ ਮਾਲੀ ਦੀ ਇਹ ਡਿਊਟੀ ਕਰਦੇ ਰਹੇ ਸੀ, ਇਹਨਾਂ ਦੇ ਅੰਦਰ ਹੁਨਰ ਸੀ, ਸੋ ਗੁਰੂ ਕਲਗੀਧਰ ਪਾਤਸ਼ਾਹ ਨੂੰ ਰਜਾਉਣ ਦੇ ਵਾਸਤੇ ਹੁਣ ਬੜੇ ਤੁਰ ਅੰਦਰੋਂ ਹੀ ਜੁੜ ਕਰਕੇ ਸੇਵਾ ਦੇ ਵਿੱਚ ਲੱਗ ਜਾਂਦੇ ਨੇ। ਸੋ ਇਹਨਾਂ ਦੀ ਉਸ ਸੇਵਾ ਨੂੰ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਨਿਹਾਰ ਵੀ ਲਿਆ। ਇਹਨਾਂ ਨੂੰ ਉਹ ਮੁਸਕਰਾਹਟ ਨਸੀਬ ਹੋ ਗਈ ਜਿਸ ਨੂੰ ਕਿ ਅੱਜ ਲੱਖਾਂ ਰੂਹਾਂ ਤਰਸਦੀਆਂ ਨੇ। ਸੋ ਇਹ ਭਾਈ ਗੁਲਾਬਾ ਤੇ ਗੁਲਾਬੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨੇ। ਇੱਥੋਂ ਤੱਕ ਆਪਾਂ ਸਰਵਣ ਕੀਤਾ। ਅੱਗੋਂ ਹੁਣ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੀ ਉਹ ਮੁਸਕਰਾਹਟ ਇਹਨਾਂ ਨੇ ਤੱਕੀ ਤੇ ਹੋਰ ਖਿੱਚ ਵੱਧ ਗਈ। ਉਧਰ ਮਾਲੀ ਭਾਈ ਕੇਸਰਾ ਸਿੰਘ ਹੈ, ਗੁਰਸਿੱਖ ਹੈ, ਪਿਆਰ ਭੇਜੀ ਰੂਹ ਹੈ। ਸਿਰਫ ਮਾਲੀ ਦੀ ਡਿਊਟੀ ਨਹੀਂ ਕਰਦਾ, ਉਹ ਤਾਂ ਪਰੋਤਾ ਹੋਇਆ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਉਹ ਸੱਚੀ ਮੁੱਚੀ ਪ੍ਰੀਤ ਵਿੱਚ ਭਿੱਜੀ ਹੋਈ ਉਹ ਰੂਹ ਹੈ। ਹੁਣ ਉਹਦੀ ਸੰਗਤ ਇਹਨਾਂ ਨੂੰ ਨਸੀਬ ਹੋ ਗਈ। ਹੁਣ ਹੌਲੀ ਹੌਲੀ ਜੁੜਦੇ ਜਾਂਦੇ ਨੇ। ਹੁਣ ਬਾਣੀ ਪੜ੍ਹਨ ਦਾ ਚਾਅ, ਸੇਵਾ ਦਾ ਚਾਅ, ਜੋ ਕਮਜ਼ੋਰੀਆਂ ਨੇ ਉਹ ਅੰਦਰੋਂ ਨਿਕਲਦੀਆਂ ਜਾ ਰਹੀਆਂ ਨੇ। ਝੂਠ ਨਿੰਦਾ ਤੋਂ, ਜੋ ਔਗਣ ਨੇ ਉਹਨਾਂ ਤੋਂ ਛੁਟਕਾਰਾ ਹੁੰਦਾ ਜਾ ਰਿਹਾ ਹੈ। ਇੱਕ ਵੱਖਰੇ ਹੀ ਰੰਗ ਦੇ ਵਿੱਚ ਇਹ ਗੁਲਾਬਾ ਤੇ ਗੁਲਾਬੀ ਇੱਕ ਵੱਖਰੇ ਰੰਗ ਦੇ, ਇੱਕ ਸਮਾਧੀ ਰੰਗ ਦੇ ਵਿੱਚ ਜਾਈ ਜਾ ਰਹੇ ਨੇ। ਅੰਦਰੋਂ ਖਿੱਚ ਵੱਜ ਚੁੱਕੀ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਕਮਲਾਂ ਦੀ। ਰੂਹ ਕਰਦੀ ਹੈ ਕਿਤੇ ਸਾਨੂੰ ਵੀ ਉਹ ਚਰਨ ਪਰਸਨਾ ਨਸੀਬ ਹੋ ਜਾਏ। ਗੁਰੂ ਕਲਗੀਧਰ ਪਾਤਸ਼ਾਹ ਦਾ ਉਹ ਨਜ਼ਰੇ ਰਹਿਮਤ ਤੋਂ ਮਿਹਰ ਭਰਿਆ ਹੱਥ, ਗੁਰ ਹਾਥ ਧਰਿਓ ਮੇਰਾ ਮਾਥਾ, ਉਸ ਸਪਰਸ਼ ਨੂੰ ਇਹ ਵੀ ਲੋਚਦੇ ਨੇ। ਇਹ ਲੋਚਦੇ ਨੇ ਕਿ ਕਿਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਨਜ਼ਰੇ ਰਹਿਮਤ ਆ ਜਾਏ। ਇਸ ਭਾਵਨਾ ਦੇ ਵਿੱਚ ਹੁਣ ਚੱਲ ਪਏ ਨੇ, ਅੰਦਰੋਂ ਹੀ ਚੱਲ ਪਏ ਨੇ। ਖਿੱਚ ਵੱਜ ਗਈ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਹੀਂ ਬਹਿੰਦੇ। ਤੇ ਜਿਨ੍ਹਾਂ ਨੇ ਸੀਨੇ ਖਿੱਚ ਖਾਧੀ ਹੋਈ ਸੀ, ਪਹਿਲਾਂ ਹੀ ਰੱਤੇ ਹੋਏ ਸੀ, ਰੱਤੇ ਇਸ਼ਕ ਖੁਦਾਏ ਰੰਗ ਦੇ ਦਾਰ ਕੇ, ਉਹਨਾਂ ਰੱਤਿਆਂ ਦੀ ਕਹਾਣੀ ਇੱਥੇ ਸਾਡੇ ਸਾਹਮਣੇ ਆ। ਭਾਈ ਕੇਸਰਾ ਸਿੰਘ, ਭਾਈ ਕੇਸਰਾ ਸਿੰਘ ਸਿਰਫ ਮਾਲੀ ਨਹੀਂ ਹੈ, ਉਹ ਇੱਕ ਪਿਆਰ ਵਿੱਚ ਭਿੱਜੀ ਰੂਹ ਹੈ। ਹੁਣ ਮੌਸਮ ਤਬਦੀਲ ਹੋ ਰਿਹਾ, ਠੰਡ ਵੱਧਦੀ ਪਈ ਹੈ ਤੇ ਭਾਈ ਕੇਸਰਾ ਸਿੰਘ ਨੂੰ ਕੀ ਤੱਕਦੇ ਨੇ ਇਹ ਭਾਈ ਗੁਲਾਬਾ ਕਿ ਉਹ ਗੁਲਾਬ ਦੇ ਤੇ ਗੁੱਟੇ ਦੇ ਤੇ ਹੋਰ ਫੁੱਲ ਜਿਹੜੇ ਨੇ ਉਹਨਾਂ ਦੇ ਗਮਲੇ ਚੁੱਕ ਕੇ ਨਾ ਤਾਂ ਸ਼ੌਰੇ ਥੱਲੇ ਰੱਖਦੇ ਪਏ ਨੇ। ਇਹ ਸੇਵਾਜ ਕਰਦਿਆਂ ਤੱਕਿਆ ਤੇ ਮਨ ਵਿੱਚ ਆਈ ਕਿ ਅੱਜ ਕੀ ਕਰਦੇ ਨੇ ਪਏ ਭਾਈ ਸਾਹਿਬ। ਭਾਈ ਗੁਲਾਬਾ ਪੁੱਛਦਾ ਕਿ ਭਾਈ ਸਾਹਿਬ ਇਹ ਕੀ ਕਰਦੇ ਪਏ ਹੋ, ਇਹ ਕਾਹਦੀ ਸੇਵਾ ਹੈ? ਤੇ ਕਹਿੰਦੇ ਪਏ ਪੋਹ ਸੁਦੀ 7ਵੀਂ ਆਉਣ ਵਾਲੀ ਆ। ਸੰਗਤ ਜੀ, ਪੋਹ ਸੁਦੀ 7ਵੀਂ ਅਸੀਂ ਵੀ ਮਨਾਉਂਦੇ ਆ। ਪਿਛਲੇ ਕੁਝ ਸਾਲਾਂ ਤੋਂ ਬੜੇ ਵੱਡੇ ਪੱਧਰ ਤੇ ਮਨਾਈ, ਪਰ ਇੱਥੇ ਭਾਈ ਵੀਰ ਸਿੰਘ ਹੋਰਾਂ ਨੇ ਜੋ ਹਾਲ ਬਿਆਨ ਕੀਤਾ
क्योंकि बड़ी ही प्रेम भेजी रू राती तुसी मिले सानू, राती तुसी मिले सानू, असां तागल वकड़ी पाई, निरा नूर तुसी हथ नाहे, सदी कंबदी रही कलाई। सो सुपने दे विच दीदार कर चुके डॉक्टर भाई वीर सिंह, उन्होंने एक छोटा जिहा दृष्टांत, एक बड़ी ही प्यारी कविता कंबदी कलाई। प्यार भेजियां रूहां जो आप सरवण कर रहे हो समझ ही गए होगे। सतगुर सच्चे पातशाह गुरु हरगोबिंद साहब सच्चे पातशाह जी के दर्शन दीदारे सुपनियां दे विच होए। राती तुसी मिले सानू, असां धागल वकड़ी पाई। हुण उस रूप दे विच चित कीता मैं गलवकड़ी पा लवां, हो तुमरी करो नित आस, प्रभ मोहे कब गल लावेंगे। पातशाह अज आ ही गए हो तो एक गलवकड़ी दे दिओ। गलवकड़ी पाउण की कोशिश की, पर की लिखते ने कि निरा नूर तुसी हथ ना है, साडी कंबदी रही कलाई। ऐसी प्रेम भेजी रूह डॉक्टर भाई वीर सिंह, उन्होंने सारा बयान किया कि आनंदपुर साहब की धरती ते गुरु कलगीधर पातशाह जी का प्रकाश पुरब किवें मनाउंदे सन। सो आपां जुड़दे हां गुरु कलगीधर पातशाह दे प्यार दे विच भेजियां रूहां की करदियां पईयां ने। वो कैसा चाह है, बड़ा सुंदर बयान किया है। सो गमले चुक चुक के संभालते पे ने, ते भाई गुलाबा पुछदा, भाई साहब जी ये की करदे हो? कहंदे पोसू दी 7वीं आउण वाली है, ठंड हो जानी है, ते बड़े वड्डे दीवान सजने ने इत्थे। बेअंत संगतां ने गुरु के दर्शनां नूं आउणा है, ते उदों ये फुੱਲ फिर जे ना सांभे तो लभ्या ही नहीं लभणे। ठंड दे विच फिर सानूं फुੱਲਾਂ की बड़ी औखियाई आउणी, इसलिए जिन्ने सांभे जाण उन्ने ही भले आ। सो इस संभाल दे विच लगे ने। हुण थोड़ा थोड़ा इन्हां दे मन च भी आ गया कि पोसू दी 7वीं की खेड होएगी। हौली हौली मेहर होई जा रही है, मेहर होई जा रही है। उहदे नाल ही एक होर अभागण जिहड़ी है वो भी गुरु कलगीधर दा ऊट आसरा लैण लई चल पई है। कांशी दे विच उत्थों दे पंडित रकाबा, जिन्हां नूं कि औरंगजेब ने सिर्फ इस वास्ते कतल करवा दिता सी कि विशेश्वर नाथ का जिहड़ा उत्थे मंदिर सी उन्होंने मसीत विच तब्दील करना चाहुंदा सी। ते ये पंडित रकाबा जी इन्हां ने थोड़ी जी चूं पै कीती, मतलब एकदम हुक्म की तामील नहीं कीती ते उन्हें इन्हां नूं ही खत्म करा दिता। ऐसी दहशत इहदी उत्थे बनी कि पंडित जी की जिहड़ी पंडितानी सी, पत्नी सी त्र्यंबका, ये त्र्यंबका डर गई, त्रबक गई। अपने बच्चे नूं तिलकनाथ नूं, छोटे बच्चे नूं नाल लिया ते भेस वटा लिया, मरदावे भेस दे विच आ गई
ਤੇ ਉੱਥੋਂ ਨਿਕਲ ਤੁਰੀ ਹੈ, ਕਾਂਸ਼ੀ ਤੋਂ ਨਿਕਲ ਤੁਰੀ ਹੈ। ਕਾਂਸ਼ੀ ਤੋਂ ਨਿਕਲੀ ਹੈ, ਹੁਣ ਔਖ ਸੌਖ ਝਾਲਦੀ। ਜਦੋਂ ਨਿਕਲੀ ਹੈ ਤਾਂ ਸੋਚਦੀ ਹੈ ਕਿੱਥੇ ਜਾਵਾਂ, ਐਡੇ ਵੱਡੇ ਮੁਲਕ ਦੇ ਵਿੱਚ ਉਹ ਕਿਹੜੀ ਥਾਂ ਹੈ ਜਿੱਥੇ ਮੈਨੂੰ ਸ਼ੌਰਾ ਮਿਲ ਸਕੇਗਾ, ਜਿੱਥੇ ਮੈਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਮਹਿਫੂਜ਼ ਹੋ ਸਕਾਂਗੀ। ਕਿਉਂਕਿ ਜੇ ਉਹਦੇ ਹੱਥ ਲੱਗ ਗਈ ਤਾਂ ਉਹਨੇ ਜਿਵੇਂ ਪਤੀ ਦੇਵ ਨੂੰ ਖਤਮ ਕੀਤਾ, ਮੈਨੂੰ ਤੇ ਮੇਰੇ ਬੱਚੇ ਨੂੰ ਵੀ ਖਤਮ ਕਰ ਦੇਣਾ। ਸੋਚਦਿਆਂ ਸੋਚਦਿਆਂ ਮਨ 'ਚ ਵਿਚਾਰ ਆਈ ਕਿ ਪਤੀ ਦੇਵ ਦੇ ਇੱਕ ਦੋਸਤ ਪੰਡਿਤ ਕਾਸ਼ੀਨਾਥ, ਉਹਨਾਂ ਨੂੰ ਜਦੋਂ ਖਿਆਈ ਆਈ ਸੀ ਤੇ ਉਹ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਚਲੇ ਗਏ ਸਨ। ਤੇ ਸੋਚਦੀ ਆ ਕਿ ਕਾਸ਼ ਮੈਨੂੰ ਵੀ ਉਹ ਸ਼ਰਨ ਨਸੀਬ ਹੋ ਜਾਏ। ਠਾकुर तुम शरण आई आया, उतर गए हो मेरे मन का संसार, जब तेरा दर्शन पाया। हुण अरदासां बेनतियां तरले लैंदी, औखियाइयां झाकदी, लंबा पैंडा तय करके कांशी तो श्री आनंदपुर साहब पुछदी पछाउंदी पहुँच गई है। ਇੱਥੇ ਪਹੁੰਚੀ ਹੈ ਤੇ ਪਾਤਸ਼ਾਹ ਦੀ ਮਿਹਰ ਦੇ ਨਾਲ ਐਸਾ ਸਬੱਬ ਬਣਿਆ ਕਿ ਬੀਬੀ ਕਰਮ ਕੌਰ, ਜਿਹੜੀ ਕਿ ਭਾਈ ਕੇਸਰਾ ਸਿੰਘ ਦੀ ਸਿੰਘਣੀ ਆ, ਉਹਨਾਂ ਨੂੰ ਮਿਲ ਗਈ ਹੈ ਆ ਕੇ। ਕਿਉਂਕਿ ਜੀਵ ਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਦਰਗਾਹੀ ਡਿਊਟੀਆਂ ਲਗਾਈਆਂ ਸੀ। ਸੋ ਉਸ ਡਿਊਟੀ ਦੇ ਵਿੱਚ ਚੱਲਦੇ ਚੱਲਦੇ ਹੁਣ ਇਹ ਦੋਨੋਂ ਮੀਆਂ ਬੀਵੀ, ਭਾਈ ਕੇਸਰਾ ਸਿੰਘ ਤੇ ਬੀਬੀ ਕਰਮ ਕੌਰ, ਇਹਨਾਂ ਦੇ ਮਨ 'ਚ ਚਾਹ ਹੀ ਰਹਿੰਦਾ ਕਿ ਸਤਿਗੁਰੂ ਕੋਈ ਸੇਵਾ ਦਿਓ, ਸਤਿਗੁਰੂ ਕੋਈ ਸੇਵਾ ਬਖਸ਼ੋ, ਇਹ ਸਫਲਾ ਹੋ ਜਾਏ, ਇਹ ਹੱਥ ਪੈਰ ਸਫਲੇ ਹੋ ਜਾਣ। ਸੋ ਇਹ ਸੇਵਾ ਨੂੰ ਤਰਸਦੇ ਨੇ। ਸਤਿਗੁਰਾਂ ਨੇ ਇੱਕ ਹੋਰ ਸੇਵਾ ਬਖਸ਼ਤੀ। ਇਹ ਪੰਡਤਾਣੀ ਨਾਲ ਉਹਨਾਂ ਦਾ ਬੱਚਾ ਦੋਨੋਂ ਇੱਥੇ ਪਹੁੰਚੇ ਨੇ, ਬੁੜੇ ਹਾਲੀ ਆ। ਥੋੜਾ ਟਹਿਲ ਸੇਵਾ ਕੀਤੀ ਤੇ ਦੇਖਿਆ ਕਿ ਦੋਨੋਂ ਹੀ ਬੜੇ ਬਿਮਾਰ ਨੇ, ਬੁਰੇ ਹਾਲ ਨੇ। ਤੇ ਹੁਣ ਬੀਬੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਆਪਣੀ ਝੌਂਪੜੀ ਕੁਟੀਆ ਹੈ, ਉਹਦੇ ਲਾਗੇ ਇੱਕ ਹੋਰ ਕੁਟੀਆ ਸੀ, ਉੱਥੇ ਇਹਨਾਂ ਦਾ ਉਤਾਰਾ ਕਰਵਾ ਦਿੱਤਾ ਦੋਨਾਂ ਦਾ, ਤੇ ਸੇਵਾ ਵਿੱਚ ਲੱਗ ਗਈ ਹੈ। ਸੇਵਾ ਫਿਰ ਇਹ ਨਹੀਂ ਕਿ ਦੁਖਿਆਰੇ ਜਾਣ ਕੇ ਸੇਵਾ, ਰੱਬ ਰੂਪ ਜਾਣ ਕੇ, ਗੁਰੂ ਰੂਪ ਜਾਣ ਕੇ ਸੇਵਾ। ਜੋ ਸੇਵਾ ਭਾਈ ਕਨ੍ਹਈਏ ਨੂੰ ਬਖਸ਼ੀ ਸੀ ਨਾ, ਐਸੀਆਂ ਬੇਅੰਤ ਰੂਹਾਂ ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਮਗਨ ਸਨ, ਆਨੰਦ ਮਾਣ ਰਹੀਆਂ ਸਨ। ਸੇਵਾ ਕਰ ਕਰਕੇ ਰੱਜ ਰੱਜ ਕੇ ਸੇਵਾ ਕਰਦੇ ਸੀ। ਸੋ ਇਹ ਦੋਨੋਂ ਮਾਂ ਪੁੱਤ ਦੀ ਸੇਵਾ ਦੇ ਵਿੱਚ ਬੀਬੀ ਜੀ ਲੱਗ ਗਏ। ਉਹਨਾਂ ਨੂੰ ਹਿਕਮਤ ਦੀ ਸੇਵਾ ਜਿਹੜੀ ਹਕੀਮ ਜੀ ਕਰ ਦਿੰਦੇ, ਬਾਕੀ ਸਾਂਭ ਸੰਭਾਲ, ਫਿਰ ਤਰਵਾਸ ਦੇਣੀ, ਗੁਰਬਾਣੀ ਸੁਣਾਉਣੀ, ਗੁਰੂ ਕਲਗੀਧਰ ਦੇ ਬਚਨ ਬਿਲਾਸ ਸੁਣਾਉਣੇ, ਹੌਲੇ 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 ਕਰਦਿਆਂ ਕਰਦਿਆਂ ਤੰਦਰੁਸਤੀ ਆ ਗਈ। ਤੇ ਸੰਗਤ ਦੇ ਵਿੱਚ ਹੁਣ ਸੰਗਤ ਕੀਤੀ ਸੀ ਉਸ ਗੁਰਮੁਖ ਬੀਬੀ ਦੀ, ਤੇ ਰੰਗਤ ਤਾਂ ਆਉਣੀ ਸੀ। ਹੁਣ ਰੰਗਤ ਆ ਗਈ, ਤੰਦਰੁਸਤੀ ਆ ਗਈ, ਤੇ ਹੁਣ ਇਹ ਤ੍ਰਿੰਬਕਾ ਬੀਬੀ ਜਿਹੜੀ ਆ ਉਹ ਵੀ ਹੁਣ ਉਸੇ ਸੇਵਾ 'ਚ ਹੀ ਲੱਗੀ। ਕਿਉਂਕਿ ਬਾਗ 'ਚ ਰਹਿੰਦੇ ਸੀ, ਚੰਬੇਲੀ ਦੇ ਫੁੱਲ ਤੋੜਨੇ, ਕੱਲਾ ਕੱਲਾ ਸੋਹਣਾ ਸੋਹਣਾ ਫੁੱਲ ਤੋੜਨਾ, ਇੱਕ ਸਿਹਰਾ ਬਣਾਉਣਾ, ਗੁਰੂ ਕਲਗੀਧਰ ਪਾਤਸ਼ਾਹ ਵਾਸਤੇ ਇੱਕ ਸਿਹਰਾ ਬਣਾਉਣਾ, ਤੇ ਬੀਬੀ ਕਰਮ ਕੌਰ ਨੂੰ ਦੇ ਦੇਣਾ ਸੇਵਾ ਵਾਸਤੇ। ਸੋ ਇਹ ਸਿਹਰਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ। ਤੇ ਨਾਲ ਹੀ ਨਾਲ ਹੁਣ ਉਹਨੇ ਗੁਰਮੁਖੀ ਵੀ ਸਿੱਖ ਲਈ। ਗੁਰਮੁਖੀ ਆ ਗਈ ਤੇ ਬਾਣੀ ਦੇ ਨਾਲ ਜੁੜ ਗਈ। ਹੁਣ ਬਾਣੀ ਪੜ੍ਹਦੀ ਹੈ,
क्योंकि वातावरण पहला भी धार्मिक वातावरण च रही सी, रूह तां जग्यासू वाली सी। इत्थे आण के हुण उस सच्चे प्रीतम प्यारी दी लगन होर वधदी जा रही है। हौले हौले बीबी करम कौर दी ये सेवा दे बारे ना गुलाबी नूं भी सूझ ही लगन लग पई। देखदी भी ये की करदे पे ने। फिर एक दिन पुछ ही लिया कि कहते कि चलो असी तो पते तो हो गए, पर ये तो हिंदू है, पंडितानी है, तुसीं इन्हां नूं गुरु कलगीधर दे लड़ क्यों नहीं ला रहे? इन्हां नूं गुरु कलगीधर दी शरण दे विच अजे तक क्यों नहीं पेश किया? इन्हां नूं गुरु दे जहाजे अजे तक क्यों नहीं चढ़ाया? असीं तां कर्महीन हाँ ही, ये अजे तक क्यों वांझी है? बेबी करम कौर जी कहंदे कि उडीक दे विच आ, ये भांडे तैयार हो रहे ने, ये भांडे तैयार हो रहे ने, 7ਵੀਂ वाले दिन इन्हां नूं भी दात मिलनी आ। ये सेवावां पेश होणीਆਂ ने गुरु कलगीधर दे चरनां दे विच। भाई गुलाबा ते गुलाबी होर उत्सुकता वध गई। ये गुरु कलगीधर दा प्रकाश दिहाड़ा किद्दां मनाउंदे ने आनंदपुर वाले? ये की करदे ने? इन्हां नूं तां चाह ही बड़ा है। ये तां मतवाले होए पए ने, इन्हां नूं तां है ये सेवा च खीवे होए पे ने। किद्दां इन्हां कोई फुल संभाली जा रहा, इधर आ सेवा चलन रही है। ते बीबी करम कौर नूं ना फिर प्यार जिहा आ गया इस जोड़े ते, गुलाबा ते गुलाबी प्रेम भेजी रूह ते प्यार जिहा बीबी करम कौर नूं आ गया। कहंदे आओ चलो तुहानूं दिखाईए अज की तैयारियां हो रही ने, की कुछ पेश करना है गुरु कलगीधर पातशाह दे चरणां च। एक होर चौंपड़ी च लै जांदे ने, उत्थे की देख रहे ने कि 2 बच्चे ने पंगूड़े दे विच। ये पंगूड़े च 2 बच्चे ने ते 2 पहाड़ना उन्हां दी सेवा च लगियां ने। कहंदे ये भी 7ਵੀਂ नूं पेश करांगे इन्हां बच्चिआं नूं। पुछिआ ये कौन ने? कहंदे पहाड़ी राज कन्या दे जन्मे सी। राज घरानिਆਂ ਦੇ ਵਿੱਚ जो खिचोतान ਹੁੰਦੀ है, वो डर गई ਤੇ ਉਹਨੇ ਇੱਕ ਬੇੜੀ ਨੁਮਾ कोई प्रात नुमा कोई चीज़ लैके ਉਹਦੇ ਵਿੱਚ ਦੋਨਾਂ ਨੂੰ ਪਾ ਕੇ ਤੇ सतलुज ਦੇ ਵਿੱਚ ਰੋੜ ਦਿੱਤਾ ਸੀ। ਤੇ पति देव भाई केसर सिंह वो इशनान करन गए तो उन्होंने ये बच्चे मिल गए। गुरु की सेवा समझ के ते लिया के इन्हां दी परवरिश शुरू कर दी है। इन्हां दी सेवा च लग गए। जिन्हां सेवा लैनी होए, जिन्हां सेवा माननी होए, विण सेवा त्रिग हथ पैर होर निहफिल करनी। ऐसे गुरु के बचनों को कमाउण वालियां रूहां ये सेवा मिली है। फिर इस तो फिर अगले घर वाल नूं वधदे ने। कहंदे आओ तुहानूं दिखाईए होर कित्थे कित्थे की तैयारियां हो रही ने। ये सेवावां गुरु कलगीधर पातशाह दे उन्हां सेवकां दे जीवन का हिस्सा बन गईयां सन। क्योंकि सिर्फ भजन बंदगी नहीं कराउंदे सन, नाल सेवा दा चाह, सेवा दा संकल्प ते नाल धर्म युद्ध दा चाह, ये तीनों चीज़ां उत्थे नाल नाल चलदियां पईयां सन। गुरु कलगीधर पातशाह दे चरना कमलां दे पौरे की तकदे ने, होर दिखाया जाके एक
ਬਸਤਰ ਦੇ ਨਾਲ ਢੱਕਿਆ ਹੋਇਆ ਤੇ ਚੁੱਕ ਕੇ ਕੀ ਦਿਖਾਉਂਦੇ ਨੇ ਉੱਥੇ 40-50 ਦੇ ਕਰੀਬ ਪੋਥੀਆਂ ਨੇ। ਗੁਟਕਾ ਸਾਹਿਬ ਨੇ ਦੱਸਦੇ ਨੇ ਕਿ ਇਹ ਭੇਟਾ ਤਿਆਰ ਹੋ ਰਹੀ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਨ ਦੇ ਵਾਸਤੇ। ਇਹ ਲਿਖਣ ਭੇਟਾ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਨੇ ਦੋਵੇਂ ਮੀਆਂ ਬੀਬੀ, ਭਾਈ ਕੇਸਰਾ ਸਿੰਘ ਤੇ ਕਰਮ ਕੌਰ। ਜਦੋਂ ਸਾਰੇ ਦਿਨ ਦੀ ਸੇਵਾ ਕਰਕੇ ਰਾਤ ਟਿਕਣ ਲੱਗਦੇ ਨੇ ਤੇ ਫਿਰ ਇਹ ਸੇਵਾ ਕਰਦੇ ਨੇ। ਸੋ ਕਰੀਬ 50 ਦੇ ਕਰੀਬ ਇਹ ਪੋਥੀਆਂ ਤਿਆਰ ਕੀਤੀਆਂ ਨੇ ਪਿਛਲੇ ਨੇ ਸਾਰੇ ਸਮੇਂ ਦੇ ਵਿੱਚ ਕਿ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਭੇਟ ਕਰਾਂਗੇ। ਫਿਰ ਮਹਾਰਾਜ ਜਿਵੇਂ ਚਾਹੁਣਗੇ, ਜਿੱਥੇ ਭੇਜਣੀਆਂ ਨੇ, ਕਿਸੇ ਗੁਰੂ ਘਰ 'ਚ ਭੇਜਣੀਆਂ, ਸੰਗਤ ਨੂੰ ਭੇਜਣੀਆਂ। ਸਰ ਗੁਰਬਾਣੀ ਦੇ ਉਤਾਰੇ ਕਿਵੇਂ ਹੁੰਦੇ ਸਨ? ਇਸ ਢੰਗ ਦੇ ਨਾਲ ਗੁਰਬਾਣੀ ਦੇ ਉਤਾਰੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਕਰਦੀਆਂ। ਐਸੀਆਂ ਪ੍ਰੇਮ ਭਿੱਜੀਆਂ ਰੂਹਾਂ ਜਿਹੜੀਆਂ ਕਿ ਇਹਨੂੰ ਤੁਰ ਅੰਦਰੋਂ ਸੇਵਾ ਦੇ ਵਿੱਚ ਲੈ ਕੇ ਬਾਣੀ ਦੇ ਨਾਲ ਰੱਤੀਆਂ ਹੋਈਆਂ ਤੇ ਬਾਣੀ ਨੂੰ ਪਰੋ ਕੇ ਸੁੰਦਰ ਅਕਸ਼ਰਾਂ ਦੇ ਵਿੱਚ ਲਿਖਦੀਆਂ। ਇਹ ਭੇਟਾ ਤਿਆਰ ਹੋ ਰਹੀ ਹੈ ਗੁਰੂ ਕਲਗੀਧਰ ਪਾਤਸ਼ਾਹ। ਇਹ ਮਹਾਰਾਜ ਤੇਰੀ 7ਵੀਂ ਮਨਾਉਣੀ ਆ, ਤੇਰਾ ਪ੍ਰਕਾਸ਼ ਪੁਰਬ ਮਨਾਉਣਾ ਹੈ, ਐਸਾ ਚਾਅ ਆ। ਤੇ ਇਸ ਚਾਅ ਦੇ ਵਿੱਚ ਹੀ ਹੋਰ ਜਿਹੜੀਆਂ ਰੂਹਾਂ ਭੇਜੀਆਂ ਹੋਈਆਂ ਨੇ ਉਹਨਾਂ ਦੇ ਵੀ ਆਪਾਂ ਅੱਗੋਂ ਦਰਸ਼ਨ ਕਰਨੇ ਨੇ। ਇੱਥੇ ਇੱਕ ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਜੀ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ। ਜਿਵੇਂ ਜਿਵੇਂ ਹੀ ਭਾਈ ਗੁਲਾਬਾ ਤੇ ਗੁਲਾਬੀ ਨੂੰ ਪਤਾ ਲੱਗ ਰਿਹਾ ਕਿ ਸੰਗਤਾਂ ਕਿਵੇਂ ਦੇ ਚਾਅ ਲੈ ਕੇ ਬੈਠੀਆਂ ਹੋਈਆਂ ਨੇ, ਕਿਵੇਂ ਦੀਆਂ ਤਿਆਰੀਆਂ ਕਰ ਰਹੀਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਪਿੱਤਰ ਪ੍ਰਕਾਸ਼ ਪੁਰਬ ਮਨਾਉਣ ਦੇ ਵਾਸਤੇ, ਤੇ ਉਹਨਾਂ ਦੇ ਮਨ 'ਚ ਵੀ ਚਾਅ ਵੱਧਦਾ ਜਾ ਰਿਹਾ। ਬੀਬੀ ਕਰਮ ਕੌਰ ਨਾਲ ਲੈ ਕੇ ਹੁਣ ਚੱਲ ਪਈ ਹੈ, ਇੱਕ ਹੋਰ ਭੈਣ ਦੇ ਘਰ ਗਈ ਹੈ। ਉਹਨੂੰ ਜਾ ਕੇ ਪੁੱਛਦੀ ਹੈ, ਹਾਂ ਭੈਣ, ਤੂੰ ਕੀ ਤਿਆਰੀਆਂ ਕਰਦੀ ਪਈ ਹੈ? ਕੀ ਭੇਟਾ ਕਰਨਾ ਹੀ ਆ ਬਾਜਾਂ ਵਾਲੇ ਦੇ ਚਰਨਾਂ 'ਚ? ਕੀ ਭੇਟਾ ਕਰਨਾ ਹੈ? ਕਹਿੰਦੀ, ਅਸੀਂ ਕੀ ਭੇਟਾ ਕਰ ਸਕਦੇ ਹਾਂ ਪਾਤਸ਼ਾਹ ਦੇ ਚਰਨਾਂ 'ਚ? ਅਸੀਂ ਕੀ ਭੇਟਾ ਕਰ ਸਕਦੇ ਹਾਂ? ਬਸ ਛੋਟੀ ਜੀ ਸੇਵਾ ਜੇ ਕਿਤੇ ਪ੍ਰਵਾਨ ਕਰ ਲੈਣ। ਆਹ 2 ਲੋਈਆਂ ਦੇ ਜੋੜੇ ਆਪ ਤਿਆਰ ਕੀਤੇ ਨੇ। ਸੋ ਕਿਰਤੀ ਆਪਣੀ ਆਪਣੀ ਜਥਾ ਸ਼ਕਤ ਗੁਰੂ ਮੇਹਰ ਦੇ ਨਾਲ ਜੋ ਕੁਝ ਹੋ ਸਕਦਾ ਉਹ ਤਿਆਰੀਆਂ ਕਰਦੇ। ਅੱਗੇ ਇੱਕ ਹੋਰ ਘਰ ਗਏ, ਉੱਥੇ ਪਤਾ ਲੱਗਿਆ ਕਿ ਇੱਕ ਕੋਈ ਗਰੀਬ ਰਾਜਪੂਤ, ਉਹਦੀ ਲੱਤ ਦੇ ਉੱਤੇ ਬੜਾ ਵੱਡਾ ਜ਼ਖਮ ਹੋ ਗਿਆ, ਬੁਰਾ ਹਾਲ ਸੀ। ਉਹਦੀ ਸੇਵਾ ਚੱਲਦੀ ਪਈ ਉਸ ਘਰ ਦੇ ਵਿੱਚ, ਉਹਦੀ ਤਿਆਰੀ ਹੋ ਰਹੀ ਹੈ, ਉਹਦਾ ਮਨ ਤਿਆਰ ਹੋ ਰਿਹਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕਰਨ ਦੇ ਵਾਸਤੇ। ਉਹ ਪਰਿਵਾਰ ਇਸ ਸੇਵਾ ਨੂੰ ਗੁਰੂ ਚਰਨਾਂ 'ਚ ਭੇਟਾ ਕਰਨਾ ਚਾਹੁੰਦਾ। ਇੱਕ ਹੋਰ ਅਗਲੇ ਪਰਿਵਾਰ ਕੋ ਗਏ ਨੇ, ਉੱਥੇ ਉਹ ਬੀਬੀ ਜੀ ਨੂੰ ਮਿਲੇ ਤੇ ਉਹ ਕਹਿੰਦੇ ਮੈਂ ਤਾਂ ਐਰਕਾਂ ਕੁਝ ਕਰ ਹੀ ਨਹੀਂ ਸਕੀ। ਉੱਥੇ ਹੁਸ਼ਿਆਰਪੁਰ ਗਈ ਸੀ, ਉੱਥੇ ਸਮਾਂ ਬਹੁਤਾ ਲੱਗ ਗਿਆ, ਹੋਰ ਤਾਂ ਕੁਝ ਨਹੀਂ ਕਰ ਸਕੀ। ਮੇਰੇ ਭੈਣ ਭਣਵਈਆ ਨੇ ਇਹ ਆਪਸ 'ਚ ਬਹੁਤ ਲੜਦੇ ਝਗੜਦੇ ਰਹਿੰਦੇ ਸੀ, ਨਿੱਤ ਦਾ ਹੀ ਕਲੇਸ਼ ਰਹਿੰਦਾ ਸੀ। ਇਹਨਾਂ ਦੇ ਮਨ ਮੇਰ ਪਈ ਹੈ ਗੁਰੂ ਕਿਰਪਾ ਦੇ ਨਾਲ, ਹੁਣ ਪਿਆਰ ਦੇ ਨਾਲ ਰਹਿੰਦੇ ਨੇ ਤੇ ਨਾਲ ਆਏ ਨੇ। ਹੁਣ ਇਹਨਾਂ ਨੂੰ ਪੇਸ਼ ਕਰਾਂਗੇ ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰ, ਪੇਸ਼ ਕਰਾਂਗੇ। ਦਾਤਾ ਇਹਨਾਂ ਨੂੰ ਵੀ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਲਿਆ। ਐਸਾ ਚਾਅ ਹੈ, ਐਸਾ ਚਾਅ ਸੰਗਤਾਂ ਦੇ ਮਨਾਂ 'ਚ ਹੈ। ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ। ਇਹ ਕੁੱਲ ਦਾ ਉਧਾਰ ਕਰਨ ਵਾਲੀਆਂ ਪਵਿੱਤਰ ਰੂਹਾਂ ਆਨੰਦਪੁਰ ਸਾਹਿਬ 'ਚ ਵਸਦੀਆਂ, ਜਿਹੜੀਆਂ ਆਪ ਰੰਗੀਆਂ ਨੇ ਤੇ ਚਾਹੁੰਦੀਆਂ ਨੇ ਕਿ ਬਾਕੀ ਵੀ ਰੰਗੇ ਹੀ ਜਾਣ। ਸੋ ਇਹ ਭੈਣ ਆਪਣੇ ਭੈਣ ਭਣਵਈਏ ਨੂੰ ਲੈ ਕੇ ਆਈ ਹੋਈ ਹੈ, ਤਿਆਰੀਆਂ 'ਚ ਨੇ। ਤੇ ਹੋਰ
कई पासे तैयारियां चलदियां पईयां ने। कोई कंघे, कोई श्री साहिबां किरपानां तैयार कर रहा, किते कोई फुलकारियां बाग कढ़दा पिया, किते कोई अन्न जल इकट्ठा करदा पिया गुरु के लंगरां दे वास्ते, किते बाणियां दे उतारे चलदे पए ने, महाराज नूं भेंट करांगे, ते किते गुरु दे प्यार वालियां रूहां ਜਿਹੜੇ ਲੋੜਵੰਦ ਨੇ, ਵਿਧਵਾਵਾਂ ਨੇ, ਗਰੀਬੜੇ ਨੇ, ਉਹਨਾਂ ਦੀ ਸੇਵਾ ਚੱਲਦੀ ਹੈ, ਰੋਗੀਆਂ ਨਾਥਾਂ ਦੀ ਸੇਵਾ ਚੱਲਦੀ ਪਈ ਹੈ। ਉਹਨਾਂ ਨੂੰ ਉਪਦੇਸ਼ ਕਰਕੇ ਉਹਨਾਂ ਨੂੰ ਗੁਰੂ ਦੇ ਜਹਾਜ਼ੇ ਚਾੜਨ ਦੇ ਵਾਸਤੇ ਤਿਆਰੀਆਂ ਕਰਦੇ ਪਏ ਨੇ। ਕਈ ਪਿਆਰ ਵਾਲੀਆਂ ਰੂਹਾਂ ਜਿਹੜੇ ਰਾਹਾਂ ਤੋਂ ਸੰਗਤਾਂ ਨੇ ਗੁਜ਼ਰਨਾ, ਉਹਨਾਂ ਰਾਹਾਂ ਦੀ ਮੁਰੰਮਤ, ਸੜਕਾਂ ਦੀ ਮੁਰੰਮਤ ਕਰਦੇ ਨੇ। ਗੁਰੂ ਨੇਤ ਰੱਬ ਦੀ ਸੇਵਾ ਜਾਣ ਕੇ ਇੱਥੋਂ ਗੁਰੂ ਦੀਆਂ ਸੰਗਤਾਂ ਨੇ ਗੁਜ਼ਰਨਾ, ਉਹਨਾਂ ਨੂੰ ਖਿਆਈ ਨਾ ਹੋਵੇ। ਤੇ ਕੁਝ ਐਸੀਆਂ ਪਿਆਰ ਵਾਲੀਆਂ ਰੂਹਾਂ ਨੇ ਜਿਹੜੀਆਂ ਨੇਤਰਹੀਣਾਂ ਦੀਆਂ ਜਾਂ ਅਪਾਹਜ ਨੇ, ਜਿਹੜੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਲੂਲੇ ਨੇ, ਉਹਨਾਂ ਦੀਆਂ ਸੇਵਾਵਾਂ ਚੱਲਦੀਆਂ ਪਈਆਂ। ਕੁਝ ਗੁਰੂ ਪਿਆਰੇ ਐਸੇ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਵੱਡੀ ਮਿਹਰ ਦਿੱਤੀ ਹੈ। ਉਹ ਖੂਹ ਲਵਾਉਂਦੇ ਨੇ, ਬੌਲੀਆਂ ਲਵਾਉਂਦੇ ਨੇ, ਲੁਕਾਈ ਦੀ ਸੇਵਾ ਵੱਡੇ ਪੱਧਰ ਤੇ ਕਰਦੇ ਨੇ। ਤੇ ਬਹੁਤ ਸਾਰੀਆਂ ਰੂਹਾਂ ਹੋਰ ਤਿਆਰ ਹੋ ਰਹੀਆਂ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ। ਹੁਣ ਇਹਨਾਂ ਸਭ ਦੇ ਅੰਦਰ ਇੱਕ ਚਾਹ ਹੈ ਕਿ ਜਿਹੜੇ ਅਜੇ ਗੁਰੂ ਦੇ ਜਹਾਜ਼ੇ ਨਹੀਂ ਚੜ੍ਹੇ, ਗੁਰੂ ਦੀ ਸ਼ਰਨ ਨਹੀਂ ਆਏ, ਉਹ ਸਾਰੇ ਹੀ ਤਿਆਰ ਹੋ ਜਾਈਏ। ਉਹ ਅੰਮ੍ਰਿਤ ਦੀ ਬੂੰਦ ਸਾਨੂੰ ਵੀ ਪ੍ਰਾਪਤ ਹੋ ਜਾਏ। ਗੁਲਾਬਾ ਤੇ ਗੁਲਾਬੀ ਇਹਨਾਂ ਦੇ ਅੰਦਰ ਦੀ ਤੜਫ ਵੀ ਵੱਧਦੀ ਜਾ ਰਹੀ ਹੈ, ਇਹਨਾਂ ਦੇ ਅੰਦਰ ਦੀ ਤੜਫ ਵੀ ਵੱਧਦੀ ਜਾ ਰਹੀ ਹੈ, ਬਿਰਹੋਂ ਵੱਧਦੀ ਜਾ ਰਹੀ ਹੈ। ਫਰੀਦਾ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਹੁਣ ਬਿਰਹੋਂ ਵੱਧਦੀ ਜਾ ਰਹੀ ਹੈ। ਉਡੀਕ ਵਿੱਚ ਲੱਗ ਗਈ ਹੈ, ਕਦੇ ਸਾਡੀ ਵਾਰੀ ਵੀ ਆਏਗੀ। ਤੇ ਇਸੇ ਦੌਰਾਨ ਹੀ ਇੱਕ ਹੋਰ ਝਟਕਾ ਜਿਹਾ ਫਿਰ ਵੱਜਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ। ਉਧਰੋਂ ਹਕੀਮ ਸਾਹਿਬ ਆਪ ਪਹੁੰਚਦੇ ਨੇ। ਹਕੀਮ ਅਬੁਲ ਤੁਰਾਬ, ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਸੀ ਐਡਵਾਂਸ ਪਾਰਟੀ ਨੂੰ ਕਿ ਜਾਓ ਜਾ ਕੇ ਸੂਹ ਲਓ, ਉੱਥੇ ਦੱਸੋ ਅਨੰਦਪੁਰ 'ਚ ਕੀ ਚੱਲਦਾ ਪਿਆ, ਕੀ ਸਾਜ਼ਿਸ਼ਾਂ ਹੋ ਰਹੀਆਂ ਨੇ ਔਰੰਗਜ਼ੇਬ ਦੇ ਖਿਲਾਫ। ਖੈਰ ਇਹਨਾਂ ਨੇ ਤਾਂ ਜੋ ਵੇਖਿਆ ਉਹ ਭੇਜਿਆ, ਪਰ ਹੁਣ ਸਮਾਂ ਪਾ ਕੇ ਉਹ ਆ ਗਏ। ਇਹਨਾਂ ਦੀ ਰੂਹ ਕਿਸੇ ਹੋਰ ਪਾਸੇ ਉਡਾਰੀਆਂ ਮਾਰਨ ਨੂੰ ਫਿਰਦੀ ਸੀ, ਤੇ ਉੱਤੋਂ ਹੁਣ ਉਹ ਮਾਲਕ ਆ ਗਿਆ ਜਿਹਦੀ ਸੇਵਾ ਕਰਦੇ ਪਏ ਸੀ, ਜਿਹਦੇ ਕੋਲ ਨੌਕਰ ਸਨ। ਬੜਾ ਮਨ ਪਰੇਸ਼ਾਨ ਹੋ ਗਿਆ। ਇਹ ਕੀ ਬਣਿਆ? ਅਸੀਂ ਤਾਂ ਕੁਝ ਹੋਰ ਸੋਚਦੇ ਪਏ ਸੀ। ਪਰ ਹੁਣ ਤੱਕ ਮਨ ਦੇ ਵਿੱਚ ਇੱਕ ਹਿੰਮਤ ਆ ਚੁੱਕੀ ਸੀ। ਹੁਣ ਮਾਨੋ ਪਹਿਲਾਂ ਵਾਲਾ ਡਰਪੋਕ ਨਹੀਂ ਸੀ ਰਿਹਾ ਕਿ ਜਿਹੜਾ ਜ਼ੁਲਮ ਤੋਂ ਡਰਦਾ ਧਰਮ ਛੱਡ ਜਾਂਦਾ। ਬੜਾ ਕੁਝ ਮਨ ਦੇ ਵਿੱਚ ਕਈ ਉਤਰਾ ਚੜਾ ਚੱਲਦੇ ਪਏ ਨੇ। ਹਕੀਮ ਸਾਹਿਬ ਪੁੱਛਦੇ ਨੇ ਕੀ ਹਾਲ ਹੈ, ਉੱਪਰੋਂ ਸਰਸਰੀ ਕਹਿ ਦਿੰਦੇ ਨੇ ਠੀਕ ਹੈ ਜੀ, ਠੀਕ ਹੈ ਜੀ। ਇੱਕ ਦਿਨ ਸ਼ਾਮ ਜੀ ਨੂੰ ਭਾਈ ਗੁਲਾਬਾ ਜਾਂਦਾ ਹੈ ਅਬੁਲ ਤਰਾਬ ਕੋਲ। ਉੱਥੇ ਜਾ ਕੇ ਇੱਕ ਕਿਰਪਾਨ ਕੱਢ ਕੇ ਰੱਖ ਦਿੰਦਾ ਤੇ ਕਹਿੰਦਾ, ਤੁਸੀਂ ਮਾਲਿਕ ਹੋ, ਤੁਹਾਡਾ ਨਮਕ ਖਾਧਾ, ਹਰਾਮ ਨਹੀਂ ਕਰਨਾ। ਸਾਡੀ ਪੂਰੀ ਗੱਲ ਸੁਣ ਲਓ ਤੇ ਫਿਰ ਚਾਹੇ ਕਤਲ ਕਰ ਦਿਓ। ਭਾਈ ਗੁਲਾਬੇ ਨੇ ਦਿਲ ਖੋਲ ਕੇ ਗੱਲ ਕੀਤੀ ਹੈ। ਹੁਣ ਨਿਰਭਉ ਹੋ ਗਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਇੰਨਾ ਕੁ ਸਮਾਂ ਬਤੀਤ ਕੀਤਾ ਤੇ ਹੁਣ ਮਨ ਚੋਂ ਡਰ ਨਿਕਲ ਗਿਆ। ਕੀ ਕਰ ਦੂਗਾ? ਵੱਧ ਤੋਂ ਵੱਧ ਮਾਰ ਹੀ ਦਊ, ਨਮਕ ਹਰਾਮੀ ਨਹੀਂ ਕਰਨੀ। ਸਾਰੀ ਗੱਲ ਖੁੱਲ ਕੇ ਸੁਣਾ ਦਿੱਤੀ। ਤੇ ਫਿਰ ਅਖੀਰ 'ਚ ਕਹਿੰਦਾ, ਜੇ ਹੁਣ ਅਸੀਂ ਤਾਂ ਹੁਣ ਇਸ ਰਾਹ ਜਾਣਾ। ਸੋ ਸਾਰੀ ਗੱਲ ਉਸਨੇ ਸੁਣ ਲਈ ਹੈ।
ਉਹ ਵੀ ਦਇਆ ਦੇ ਘਰ ਵਿੱਚ ਆ ਗਿਆ, ਕਹਿੰਦਾ ਕਿ ਕੋਈ ਗੱਲ ਨਹੀਂ, ਤੁਸੀਂ ਨਹੀਂ ਕਰਨੀ, ਤੁਸੀਂ ਜਿਵੇਂ ਰਹਿਣਾ ਰਹਿ ਲਓ। ਕਹਿੰਦਾ ਕਿ ਦਿੱਲੀ ਦੀ ਤੁਸੀਂ ਫਿਕਰ ਛੱਡੋ, ਤੁਸੀਂ ਜਿਵੇਂ ਵਿਚਰਨਾ ਵਿਚਰੋ, ਮੌਜਾਂ ਕਰੋ, ਪਰ ਕਹਿੰਦਾ ਵੀ ਖਬਰ ਸੁਰਤ ਸਾਨੂੰ ਦਿੰਦੇ ਰਹੋ। ਤੇ ਭਾਈ ਗੁਲਾਬਾ ਕਹਿੰਦਾ ਨਹੀਂ, ਹੁਣ ਇਹ ਨਹੀਂ ਜੇ ਹੋਣਾ, ਹੁਣ ਸਾਡੇ ਕੋਲ ਗੁਰੂ ਦੇ ਨਾਲ ਧਰੋ ਨਹੀਂ ਕਮਾਇਆ ਜਾਣਾ, ਅਸੀਂ ਹੁਣ ਗੁਰੂ ਦੇ ਬਣਨਾ ਚਾਹੁੰਦੇ ਹਾਂ, ਅਸੀਂ ਆਪਣਾ ਭਾਂਡਾ ਤਿਆਰ ਕਰਦੇ ਪਏ ਹਾਂ ਕਿ ਗੁਰੂ ਦਾਤ ਪਾ ਦੇ, ਹੁਣ ਸਾਡੇ ਕੋਲੋਂ ਇਹ ਨਹੀਂ ਹੋਣਾ। ਜੇ ਤੁਸੀਂ ਮਜਬੂਰ ਕਰੋਗੇ ਤੇ ਅਸੀਂ ਜਾਨ ਦੇ ਦੇਵਾਂਗੇ, ਪਰ ਗੁਰੂ ਦੇ ਨਾਲ ਹੁਣ ਧਰੋ ਨਹੀਂ ਕਮਾ ਸਕਦੇ, ਧੋਖਾ ਨਹੀਂ ਕਰ ਸਕਦੇ। ਫਿਰ ਉਹ ਕਹਿੰਦਾ ਚਲੋ ਜਿਵੇਂ ਵੀ, ਕੋਈ ਗੱਲ ਨਹੀਂ, ਜਿਵੇਂ ਤੁਹਾਡੀ ਮਰਜ਼ੀ। ਉਹਨਾਂ ਨੂੰ ਆਜ਼ਾਦ ਕਰ ਦਿੱਤਾ। ਹੁਣ ਪੰਛੀ ਪਿੰਜਰੇ ਤੋਂ ਆਜ਼ਾਦ ਹੋ ਗਏ, ਹੁਣ ਉਡਾਰੀਆਂ ਮਾਰਨ ਨੂੰ ਫਿਰਦੇ ਨੇ। ਅਜੇ ਥੋੜੇ ਦਿਨ ਹੀ ਲੰਘੇ ਕਿ ਕੀ ਰੱਬ ਦੀ ਖੇਡ ਵਰਤੀ ਆ ਕਿ ਉਹ ਹਕੀਮ ਸਾਹਿਬ ਖੁਦ ਬਿਮਾਰ ਪੈ ਗਏ। ਤਾਪ ਵੀ ਐਸਾ ਚੜਿਆ ਕਿ ਕਾਬੂ ਹੀ ਨਾ ਆਏ, ਬੌਰਿਆਂ ਵਾਂਗੂ ਆਪਣੇ ਕੱਪੜੇ ਪਾੜਨ ਤੱਕ ਆ ਗਏ। ਬੜਾ ਬੁਰਾ ਹਾਲ। ਜੇ ਕਿਤੇ ਥੋੜੀ ਦੇਰ ਲਈ ਤਾਪ ਉਤਰਦਾ ਵੀ ਆ ਤੇ ਫੇਰ ਐਸਾ ਛੂਕ ਕੇ ਚੜ੍ਹਦਾ ਕਿ ਲੱਗਦਾ ਕਿ ਹੁਣ ਅੰਤ ਨੇੜੇ ਹੀ ਆ। ਬੜਾ ਬੁਰਾ ਹਾਲ ਹੋ ਗਿਆ। ਜਿਹੜੇ ਕੋਈ ਨੌਕਰ ਇੱਕ ਦੋ ਨਾਲ ਆਏ ਸੀ ਹਕੀਮ ਸਾਹਿਬ ਦੇ, ਉਹ ਵੀ ਭੱਜ ਗਏ ਹੌਲੀ ਹੌਲੀ। ਇੱਕ ਭਤੀਜਾ ਆਇਆ ਹੋਇਆ ਸੀ, ਉਹਨੇ ਵੀ ਵੇਖਿਆ ਵੀ ਹੁਣ ਇਹ ਤਾਂ ਚੱਲੇ ਆ, ਚਲੋ ਮੈਂ ਜਾ ਕੇ ਜਾਇਦਾਦ ਸਾਂਭਦਾ, ਉਹ ਵੀ ਨਿਕਲ ਗਿਆ। ਬਿਪਤ ਪਈ ਸਭ ਹੂ ਸੰਗ ਛਾਡਤ ਕਉ ਨਾ ਆਵਤ ਨੇੜੇ। ਇਹ ਦੁਨੀਆ ਦਾ ਵਿਹਾਰ ਹੀ ਇਹ ਆ। ਸੁੱਖਾਂ ਦੇ ਵਿੱਚ ਇਹ ਸਾਰੇ ਆਣ ਬਹਿੰਦੇ ਨੇ, ਪਰ ਜਦੋਂ ਔਖਿਆਈ ਆਉਂਦੀ ਫਿਰ ਭੱਜ ਜਾਂਦੇ ਨੇ। ਅੱਜ ਵੀ ਆਪਾਂ ਤੱਕਦੇ ਪਏ ਆ ਨਾ, ਰਿਸ਼ਤੇਦਾਰ ਜਿਹੜੇ ਚੰਗੇ ਪੜ੍ਹੇ ਲਿਖੇ ਵੀ ਆ, ਬੜੇ ਬੜੇ ਅਫਸਰਾਂ ਦੇ ਪਰਿਵਾਰ ਜਿਹੜੇ, ਉਹ ਵੀ ਲਾਸ਼ ਲੈਣ ਤੋਂ ਇਨਕਾਰੀ ਹੋ ਗਏ। ਬੜਾ ਕੁਝ ਜ਼ਿੰਦਗੀ ਦਿਖਾ ਰਹੀ ਹੈ ਸਾਨੂੰ, ਇਨਸਾਨ ਦੀਆਂ ਪਰਤਾਂ ਖੁੱਲ੍ਹਦੀਆਂ ਪਈਆਂ ਨੇ। ਸੋ ਖੈਰ, ਆਪਾਂ ਫਿਰ ਅਨੰਦਪੁਰ ਸਾਹਿਬ ਦੇ ਉਸ ਇਤਿਹਾਸ ਦੇ ਨਾਲ ਜੁੜਦੇ ਹਾਂ ਕਿ ਭਾਈ ਗੁਲਾਬਾ ਤੇ ਗੁਲਾਬੀ, ਇਹਨਾਂ ਦੇ ਮਨ 'ਚ ਵਿਚਾਰ ਆਉਂਦੀ ਹੈ ਵੀ ਚੱਲ ਗਲੋਂ ਲੱਥੇ, ਗੁਰੂ ਦਾ ਦੋਖੀ ਆ, ਇਹਨੇ ਇੱਥੇ ਰਹਿ ਕੇ ਕਰਨਾ ਵੀ ਕੀ ਆ, ਔਰੰਗਜ਼ੇਬ ਨੂੰ CID ਭੇਜਣੀ, ਹੋਰ ਇਹਨੇ ਕੀ ਕਰਨਾ, ਚਲੋ ਮਰੇ ਪਰੇ। ਪਰ ਫਿਰ ਉਧਰ ਕਰਮ ਕੌਰ ਨੂੰ ਪਤਾ ਲੱਗ ਜਾਂਦਾ ਹੈ। ਭਾਈ ਗੁਲਾਬੇ ਨੇ ਸਾਰੀ ਗੱਲ ਖੋਲ ਦਿੱਤੀ ਹੋਈ ਸੀ ਉਹਨਾਂ ਦੇ ਨਾਲ, ਜੋ ਵੀ ਕਹਾਣੀ ਸੀ, ਕਿ ਅਸੀਂ ਇੱਥੇ ਕਾਹਦੇ ਵਾਸਤੇ ਆਏ ਸੀ ਤੇ ਇਹ ਕਿਉਂ ਆਇਆ। ਪਤਾ ਲੱਗਿਆ ਵੀ ਹੁਣ ਮੌਤ ਦੇ ਮੂੰਹ 'ਚ ਜਾ ਰਿਹਾ। ਤੇ ਬੀਬੀ ਕਰਮ ਕੌਰ ਕਹਿੰਦੀ ਨਹੀਂ, ਸਿੱਖੀ ਇਹ ਨਹੀਂ ਸਿਖਾਉਂਦੀ, ਇਹਨੂੰ ਬਚਾਉਣਾ, ਇਹਦੀ ਸੇਵਾ ਕਰੋ, ਰੱਬ ਦਾ ਬੰਦਾ ਜਾਣ ਕੇ ਸੇਵਾ ਕਰੋ, ਬਾਕੀ ਇਹਦਾ ਕਰਮ ਕੀ ਉਹ ਗੁਰੂ ਜਾਣੇ। ਇਹਨੂੰ ਉਹ ਸਜ਼ਾ ਦੇਣੀ ਸਾਡਾ ਹੱਕ ਨਹੀਂ ਆ, ਉਹ ਇਹਨੂੰ ਉਹ ਸਜ਼ਾ ਆਪੇ ਮਾਲਕ ਦਊਗਾ। ਤੁਸੀਂ ਗੁਰੂ ਦੀ ਸਮਝ ਕੇ ਇਹਦੀ ਸੇਵਾ ਕਰੋ, ਸੰਭਾਲੋ ਇਹਨੂੰ। ਸੋ ਹਕੀਮ ਸਾਹਿਬ ਦਾ ਬੁਰਾ ਹਾਲ ਸੀ। ਹੁਣ ਲਾਗੇ ਦੋਵੇਂ ਮੀਆਂ ਬੀਬੀ ਸੇਵਾ 'ਚ, 2-2 4-4 ਘੰਟੇ ਕਦੀ ਉਹਨੇ ਕਰਨੀ ਕਦੇ ਉਹਨੇ ਕਰਨੀ। ਦਵਾ ਦਾਰੂ ਕੀਤੀ, ਸਾਰਾ ਕੁਝ ਸੇਵਾ ਜੋ ਵੀ ਸਾਂਭ ਸੰਭਾਲ ਕਰ ਸਕਦੇ ਸੀ। ਕਿਤੇ ਤਲੀਆਂ ਚੱਸਣੀਆਂ, ਕਿਤੇ ਮਾਲਿਸ਼ ਕਰਨੀ, ਕਿਤੇ ਸਿਰ ਚੱਸਣਾ, ਜੋ ਵੀ ਉਸ ਵੇਲੇ ਦੀ ਹਿਕਮਤ ਦੇ ਹਿਸਾਬ ਦੇ ਨਾਲ, ਤਾਂ ਕਿ ਛੇਤੀ ਰਾਜ਼ੀ ਹੋ ਜਾਏ। ਫਿਰ ਵੀ ਕਰਦਿਆਂ ਕਰਦਿਆਂ ਕਰੀਬ 21 ਦਿਨ ਲੰਘ ਗਏ ਤੇ 21 ਦਿਨਾਂ ਬਾਅਦ ਉਹਦਾ ਤਾਪ ਟੁੱਟਾ।
ਉਹਨੂੰ ਤਾਂ ਉਮੀਦ ਨਹੀਂ ਸੀ ਹੁਣ ਬਚਣ ਦੀ। ਜਦੋਂ ਮੌਤ ਸਾਹਮਣੇ ਦਿਖ ਪੈਂਦੀ ਹੈ ਨਾ ਤੇ ਫਿਰ ਬੰਦੇ ਦੀ ਰੂਹ ਕੰਬ ਜਾਂਦੀ ਹੈ ਇੱਕ ਵਾਰੀ, ਫਿਰ ਆਪਣੇ ਸਾਰੇ ਪਾਪ ਸਾਹਮਣੇ ਆ ਜਾਂਦੇ ਨੇ। ਹੁਣ ਮੌਤ ਨੂੰ ਇੰਨੀ ਨੇੜਿਓਂ ਤੱਕ ਕੇ ਆਇਆ ਸੀ, ਇਹ ਅਬੁਲ ਤਰਾਬ ਹੁਣ ਸੋਚਦਾ ਪਿਆ ਵੀ ਕਿਹੜਾ ਕਿਹੜਾ ਪਾਪ ਸੀ ਜਿਹੜਾ ਜ਼ਿੰਦਗੀ 'ਚ ਕੀਤਾ। ਆਪਣੇ ਸਕਿਆਂ ਦੇ ਨਾਲ ਦਗਾ ਕੀਤਾ, ਉਹਨਾਂ ਨਾਲ ਦਗਾ ਕਰਕੇ ਉਹਨਾਂ ਦਾ ਐਡਾ ਵੱਡਾ ਨੁਕਸਾਨ ਕੀਤਾ, ਔਰੰਗਜ਼ੇਬ ਦੀ ਚਾਪਲੂਸੀ ਕੀਤੀ। ਜੋ ਵੀ ਜ਼ਿੰਦਗੀ ਦੇ ਕੰਮ ਸੀਗੇ ਸਾਰੇ ਸਾਹਮਣੇ ਆਉਣ ਲੱਗ ਪਏ ਵੀ ਖੱਟਿਆ ਤਾਂ ਕੁਝ ਨਹੀਂ, ਧੋਖੇ ਹੀ ਫਰੇਬ ਹੀ ਕੀਤੇ ਸਾਰੀ ਜ਼ਿੰਦਗੀ। ਤੇ ਹੁਣ ਇਹ ਜ਼ਿੰਦਗੀ ਦਾ ਕੀ ਕਰਾਂਗਾ, ਵੈਰਾਗ 'ਚ ਚਲਾ ਗਿਆ। ਜ਼ਿੰਦਗੀ ਦੀ ਹਕੀਕਤ ਸਾਹਮਣੇ ਆ ਗਈ। ਜਿਸ ਭਤੀਜੇ ਤੇ ਬੜਾ ਮਾਣ ਸੀ ਉਹ ਵੀ ਚਲਾ ਗਿਆ। ਨੌਕਰ ਚਾਕਰ ਤਾਂ ਭੱਜਣੇ ਸੀਗੇ, ਭਤੀਜਾ ਵੀ ਭੱਜ ਗਿਆ। ਔਰ ਮਨ ਦੇ ਵਿੱਚ ਵੈਰਾਗ ਆ ਗਿਆ। ਉਸ ਵੈਰਾਗ ਦੇ ਵਿੱਚ ਹੁਣ ਤੰਦਰੁਸਤ ਤਾਂ ਹੋ ਗਿਆ, ਥੋੜਾ ਬਹੁਤਾ ਤੁਰਨ ਫਿਰਨ ਜੋਗਾ ਹੋ ਗਿਆ। ਹੁਣ ਜਦੋਂ ਬੰਦਾ ਦੁਖੀ ਹੁੰਦਾ ਨਾ ਫਿਰ ਤਰਵਾਸ ਜੀ ਪਾਲਦਾ। ਪਰ ਇਹਨਾਂ ਗੁਲਾਬੇ ਤੇ ਗੁਲਾਬੀ ਦੇ ਬਾਰੇ ਉਹਦੇ ਮਨ 'ਚ ਹੋਰ ਸਤਿਕਾਰ ਵੱਧ ਗਿਆ। ਉਹਨੂੰ ਪਤਾ ਲੱਗ ਗਿਆ ਕਿ ਜੇ ਮੈਂ ਅੱਜ ਜੀਂਦਾ ਤਾਂ ਏਦਾਂ ਕਰਕੇ। ਇੱਕ ਦਿਨ ਉਦਾਸੀ ਜੀ 'ਚ ਬੈਠਾ ਸੀ, ਆਪਣਾ ਪਛਤਾਤਾਪ ਕਰਦਾ ਪਿਆ ਸੀ ਪਿਛਲਾ ਸੋਚ ਸੋਚ ਕੇ ਵੀ ਕੁਝ ਵੀ ਨਹੀਂ ਪੱਲੇ, ਸਭ ਕੁਝ ਖਤਮ ਹੋ ਗਿਆ। ਜਿੰਨਾਂ ਚੀਜ਼ਾਂ ਤੇ ਮੈਂ ਬੜਾ ਮਾਣ ਕਰਦਾ ਸੀ ਸਭ ਖਤਮ ਹੈ। ਇਹ ਤਾਂ ਲੋਕੀ ਮੈਨੂੰ ਮਰਿਆ ਛੱਡ ਕੇ ਭੱਜ ਗਏ ਸੀ। ਇੱਦਾਂ ਬੈਠਿਆਂ ਬੈਠਿਆਂ ਭਾਈ ਗੁਲਾਬੇ ਨੂੰ ਕਹਿੰਦਾ ਵੀ ਸੁਣਾ ਹਾਂ ਗੁਲਾਬਿਆ, ਤੈਨੂੰ ਆਖਰ ਕੀ ਲੱਭ ਪਿਆ ਇੱਥੇ ਆ ਕੇ? ਤੂੰ ਮਰਨ ਮਰਾਉਣ ਦੀਆਂ ਗੱਲਾਂ ਕਿਵੇਂ ਕਰਨ ਲੱਗ ਪਿਆ? ਤੂੰ ਤਾਂ ਮੌਤ ਤੋਂ ਡਰਦਾ ਮੁਸਲਮਾਨ ਹੋ ਗਿਆ ਸੀ, ਆਪਣੀ ਘਰ ਵਾਲੀ ਸਮੇਤ ਮੁਸਲਮਾਨ ਹੋ ਗਿਆ ਸੀ। ਇੱਥੇ ਆਣ ਕੇ ਤੂੰ ਕਹਿਣਾ ਪੀ ਲਓ ਮੈਂ ਨਹੀਂ ਜੇ ਹੁਣ ਮੁੜਨਾ, ਭਾਵੇਂ ਮੇਰਾ ਸਿਰ ਲਾ ਦਿਓ। ਇਹ ਹਿੰਮਤ ਕਿੱਥੋਂ ਆ ਗਈ ਤੇਰੇ ਵਿੱਚ? ਕੀ ਬਦਲ ਗਿਆ? ਕੀ ਵੇਖਿਆ ਆਣ ਕੇ? ਤੇ ਗੁਰਸਿੱਖ ਨੂੰ ਤਾਂ ਚਾਹ ਚੜ ਜਾਂਦਾ ਜੇ ਕੋਈ ਪੁੱਛੇ ਤੂੰ ਦੱਸ ਆਪਣੇ ਗੁਰੂ ਦੀ ਕੋਈ ਗੱਲ ਸੁਣਾ। ਹੁਣ ਭਾਈ ਗੁਲਾਬਾ ਸ਼ੁਰੂ ਹੋ ਗਿਆ, ਗੁਰੂ ਸ਼ੋਭਾ ਦੇ ਵਿੱਚ ਜੁੜ ਗਿਆ। ਜੋ ਕੁਝ ਤੱਕਿਆ ਸੀ, ਜੋ ਕੁਝ ਮਾਣਿਆ ਸੀ, ਜੋ ਕੁਝ ਵੇਖਿਆ ਸੀ, ਸਭ ਕਹਿ ਦਿੱਤਾ, ਸਭ ਕਹਿ ਸੁਣਾਇਆ ਉਹਨੇ। ਹੁਣ ਅਬੁਲ ਤਰਾਬ ਵੀ ਸੁਣੀ ਜਾ ਰਿਹਾ। ਹੁਣ ਉਹਨੇ ਸਾਰੇ ਰੰਗ ਵੇਖੇ ਸੀ, ਖੁਦ ਦਗਾਬਾਜ਼ੀਆਂ ਵੀ ਕੀਤੀਆਂ ਸੀ, ਦਿੱਲੀ ਦਰਬਾਰ ਦੇ ਰੰਗ ਵੀ ਸਾਰੇ ਵੇਖੇ ਸੀ। ਉੱਥੇ ਤਰ੍ਹਾਂ ਤਰ੍ਹਾਂ ਦੇ ਜੋ ਕੁਕਰਮ ਹੁੰਦੇ ਸੀ ਉਹ ਵੀ ਵੇਖੇ ਸੀ। ਸੱਤਾ ਹਾਸਲ ਕਰਨ ਲਈ ਘਰਾਂ ਪਰਿਵਾਰਾਂ ਨੂੰ ਕਿੱਦਾਂ ਖਤਮ ਕੀਤਾ ਜਾਂਦਾ, ਸਭ ਕੁਝ ਵੇਖਿਆ ਸੀ। ਹੁਣ ਸੋਚ ਰਿਹਾ ਕਿ ਇੱਥੋਂ ਦੀ ਮੈਂ CID ਕਰਨ ਆਇਆ ਸੀ। ਇਹ ਤਾਂ ਰੱਬ ਦਾ ਘਰ ਆ। ਇੱਥੇ ਤਾਂ ਦੀਨ ਦੁਖੀਆਂ ਨੂੰ ਸੰਭਾਲਿਆ ਜਾਂਦਾ, ਪਾਲਿਆ ਜਾਂਦਾ। ਇੱਥੇ ਤਾਂ ਦੁਸ਼ਮਣਾਂ ਨੂੰ ਵੀ ਡੁੱਬਦਿਆਂ ਨੂੰ ਕੱਢ ਕੇ ਉਹਨਾਂ ਨੂੰ ਜ਼ਿੰਦਗੀ ਦਿੱਤੀ ਜਾਂਦੀ ਹੈ। ਇਹ ਤਾਂ ਉਹ ਘਰ ਆ। ਇੱਥੇ ਤਾਂ ਦੁਸ਼ਮਣ ਕਿਸੇ ਨੂੰ ਸਮਝਿਆ ਹੀ ਨਹੀਂ ਜਾਂਦਾ। ਔਰੰਗਜ਼ੇਬ ਨੂੰ ਤਾਂ ਗਲਤ ਸੁਨੇਹੇ ਮਿਲਦੇ ਰਹੇ ਆ। ਹੁਣ ਮਨ ਇਹਦਾ ਵੀ ਬਦਲੀ ਜਾ ਰਿਹਾ। ਮਨ ਸੋਚਦਾ, ਵਹਿੰਦਾ ਹੈ ਨਾ, ਉੱਧਰ ਵੀ ਵਹਿੰਦਾ, ਇੱਧਰ ਵੀ ਵਹਿੰਦਾ। ਫਿਰ ਸੋਚਦਾ ਚੱਲ ਹੁਣ ਇਸ ਉਮਰੇ ਇੱਥੇ ਆ ਗਿਆ, ਚੰਗਾ ਹੋ ਗਿਆ। ਇਸ ਉਮਰੇ ਆ ਗਿਆ, ਇੱਥੇ ਬੁਢਾਪਾ ਸਾਂਭਿਆ ਜਾਊਗਾ। ਇੱਕ ਦਿਨ ਫਿਰ ਕੀ ਹੁੰਦਾ, ਲੰਮੇ ਪਿਆ ਸੀ, ਉੱਠਿਆ, ਚੱਲ ਪਿਆ ਰੌਂ ਜੀ ਦੇ ਵਿੱਚ, ਜੰਗਲ ਵੱਲ ਨੂੰ ਸੈਰ ਕਰਦਾ ਕਰਦਾ ਥੋੜਾ ਦੂਰ ਨਿਕਲ ਗਿਆ। ਉੱਥੇ ਜਾ ਕੇ ਕੀ ਤੱਕਦਾ ਕਿ ਇੱਕ ਬੜਾ ਡੀਲ ਡੋਲ ਵਾਲਾ ਬੰਦਾ ਜਿਹੜਾ ਨਾ ਉੱਥੇ ਲੰਮੇ ਪਿਆ ਵਾ, ਬੜਾ ਦੁਖੀ, ਕਰਲਾਉਂਦਾ ਪਿਆ। ਉਹਦੀ ਲੱਤ ਦੇ ਵਿੱਚ ਕਿਰਮ ਚੱਲਦੇ ਪਏ, ਕੀੜੇ ਚੱਲਦੇ ਪਏ ਨੇ, ਬੜਾ ਔਖਾ।
ਦਰਦ ਨਾਲ ਕੁਰਲਾ ਰਿਹਾ। ਅਜੇ ਕੁਝ ਸੋਚ ਵਿਚਾਰ ਹੀ ਰਿਹਾ ਸੀ ਤੇ ਕੀ ਵਹਿੰਦਾ ਕਿ ਇੱਕ ਸਿੱਖ ਆਇਆ। ਉਹਨੇ ਲਿਆ ਕੇ ਉਹਨੂੰ ਰੋਟੀ ਦਿੱਤੀ ਹੈ। ਉਹਨੂੰ ਰੋਟੀ ਦਿੱਤੀ ਹੈ, ਉਹਨੇ ਜਿੰਨੀ ਕੁ ਕੋਈ ਖਾ ਸਕਦਾ ਸੀ ਖਾਧੀ। ਉਹਦੀ ਜਿਹੜੀ ਲੱਤ ਤੇ ਜਿਹੜੇ ਜ਼ਖਮ ਹੋਏ ਸੀ, ਕਿਰਮ ਚੱਲਦੇ ਪਏ ਸੀ, ਉੱਥੇ ਉਹਨੇ ਚੀਲ ਦਾ ਤੇਲ ਪਾਇਆ। ਜਿੰਨੀ ਕੁ ਸਾਂਭ ਸੰਭਾਲ ਉਹਨੂੰ ਕਰ ਸਕਦਾ ਸੀ, ਉਹਦੀ ਮਰਮ ਪੱਟੀ ਕੀਤੀ ਹੈ। ਉਹਨੂੰ ਥੋੜਾ ਚੈਨ ਆਇਆ, ਟਿਕਾ ਆਇਆ। ਫਿਰ ਉਹਦੀ ਸਾਂਭ ਸੰਭਾਲ ਕਰਕੇ ਉਹਨੂੰ ਥੋੜਾ ਕੋਈ ਹੋਰ ਸਵਾਰਾ ਸੂਰਾ ਕਰਕੇ ਤੇ ਸਿੱਖ ਉੱਥੋਂ ਜਾਂਦਾ ਹੈ। ਹੁਣ ਹਕੀਮ ਸਾਹਿਬ ਸਵਾਲੀ ਤਾਂ ਪਹਿਲਾਂ ਹੀ ਬਣਿਆ ਪਿਆ ਸੀ, ਪਰ ਹੁਣ ਇੱਕ ਹੋਰ ਸਵਾਲ ਆ ਗਿਆ ਕਿ ਆਖਰ ਇਹ ਕੀ ਹੈ। ਉਸ ਸਿੱਖ ਨੂੰ ਪੁੱਛਦੇ ਵੀ ਇਹ ਕੀ ਗੱਲ ਹੈ, ਇਹ ਕੌਣ ਹੈ। ਸਿੱਖ ਨੇ ਦੱਸਿਆ ਉਹਦਾ ਨਾਂ ਪਤਾ। ਉਹ ਨਾਂ ਪਤਾ ਸੁਣ ਕੇ ਪਤਾ ਲੱਗਾ ਵੀ ਇਹ ਤਾਂ ਬੜਾ ਵੱਡਾ ਡਾਕੂ ਹੈ। ਇਹ ਤਾਂ ਡਾਕੂ ਹੈ, ਇਹ ਤਾਂ ਦੁਨੀਆ ਨੂੰ ਲੁੱਟਦਾ ਮਾਰਦਾ। ਤੇ ਹਕੀਮ ਸਾਹਿਬ ਉਹਨੂੰ ਕਹਿੰਦੇ ਪਈ ਇਹਨੂੰ ਮਰਨ ਦੇ, ਇਹ ਡਾਕੂ ਆ, ਇਹਨੇ ਤੇ ਫਿਰ ਦੁਨੀਆ ਨੂੰ ਤੰਗ ਹੀ ਕਰਨਾ, ਇਹਨੇ ਹੋਰ ਕੀ ਕਰਨਾ। ਉਹਨੂੰ ਸਿੱਖ ਕਹਿੰਦਾ ਨਹੀਂ, ਇਹ ਇਸ ਵੇਲੇ ਦੁਖੀ ਆ, ਦਰਦੀ ਆ, ਇਸ ਵੇਲੇ ਮਦਦ ਭਾਲਦਾ ਪਿਆ ਤੇ ਅਸੀਂ ਰੱਬ ਦਾ ਬੰਦਾ ਜਾਣ ਕੇ ਇਸ ਵੇਲੇ ਦੀ ਸੇਵਾ ਕਰਦੇ ਪਏ ਹਾਂ। ਠੀਕ ਹੈ, ਜੇ ਕਿਤੇ ਉੱਠ ਕੇ ਲਲਕਾਰੇਗਾ, ਤੰਦਰੁਸਤ ਹੋਏਗਾ, ਲਲਕਾਰੇਗਾ, ਵਾਰ ਕਰਨਾ ਚਾਹੇਗਾ ਤੇ ਫਿਰ ਵੇਖ ਲਾਂਗੇ। ਪਰ ਖਾਲਸਾ ਜਿਹੜਾ ਇਵੇਂ ਨੇ ਹੱਥੇ ਤੇ ਮਜ਼ਲੂਮ ਦੇ ਉੱਤੇ, ਔਰਤ ਦੇ ਉੱਤੇ, ਬਜ਼ੁਰਗ ਦੇ ਉੱਤੇ ਐਸਾ ਨਹੀਂ ਵਾਰ ਕਰਦਾ। ਉਹ ਸਿੰਘ ਕਹਿੰਦਾ ਸਾਡੀ ਤਾਂ ਮੁਗਲਾਂ ਦੇ ਨਾਲ ਵੀ ਕੋਈ ਇਹ ਦੁਸ਼ਮਣੀ ਨਿੱਜੀ ਨਹੀਂ ਹੈ। ਅਸੀਂ ਕੋਈ ਧਰਮ ਕਰਕੇ ਨਹੀਂ ਉਹਨਾਂ ਦੇ ਨਾਲ ਲੜਦੇ ਪਏ, ਉਹ ਤਾਂ ਅਤਿਆਚਾਰੀ ਹੋ ਗਏ ਨੇ, ਉਹ ਤਾਂ ਪਰਜਾ ਦੇ ਘਾਤਕ ਹੋ ਗਏ ਨੇ, ਤਾਂ ਕਰਕੇ ਸਾਡੀ ਲੜਾਈ ਹੈ। ਜੇ ਔਗਣ ਛੱਡ ਦੇਣ ਤੇ ਸਾਡੂ ਕੀ ਹੈ, ਸਾਡਾ ਤਾਂ ਕੋਈ ਵੈਰ ਹੀ ਕਿਸੇ ਨਾਲ ਨਹੀਂ। ਸਭ ਕੋ ਮੀਤ ਹਮ ਆਪਣ ਕੀਤਨਾ, ਹਮ ਸਭ ਨਾ ਕੇ ਸਾਜਨ। ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਸਾਡਾ ਇਹਦੇ ਨਾਲ ਵੀ ਕੋਈ ਵੈਰ ਨਹੀਂ। ਇਹ ਡਾਕੂ ਹੈ, ਪਰ ਹੁਣ ਜ਼ਖਮੀ ਹੋਇਆ, ਤੜਫਦਾ ਪਿਆ। ਹੁਣ ਗੁਰੂ ਸਾਹਿਬ ਦਾ ਹੁਕਮ ਹੈ ਕਿ ਐਸੇ ਦੀਨ ਦੁਖੀਆਂ ਦੀ ਸੇਵਾ ਕਰਨੀ ਹੈ। ਇਹਦੇ 'ਚ ਗੁਰੂ ਦੀ ਖੁਸ਼ੀ ਹੈ। ਸੋ ਅਸੀਂ ਤਾਂ ਗੁਰੂ ਦੀ ਖੁਸ਼ੀ ਲੈ ਰਹੇ ਹਾਂ। ਤੇ ਉਹ ਸਿੰਘ ਨੇ ਆਖਿਆ ਕੀ ਪਤਾ ਇਹਦਾ ਵੀ ਚੰਗਾ ਸਮਾਂ ਆ ਜਾਏ। ਹਕੀਮ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਮਰਨ ਦਿਓ, ਪਰ ਕੀ ਪਤਾ ਇਹਦਾ ਵੀ ਜੀਵਨ ਬਦਲ ਜਾਏ। ਜਿੱਦਾਂ ਤੁਹਾਨੂੰ ਸੋਝੀ ਆ ਗਈ, ਕੀ ਪਤਾ ਇਹਨੂੰ ਵੀ ਕਿਤੇ ਸੋਝੀ ਆਈ ਜਾਏ, ਇਹਨੂੰ ਵੀ ਪਤਾ ਲੱਗ ਜਾਏ ਕਿ ਜ਼ਿੰਦਗੀ ਅਸਲ ਮਾਇਨਿਆਂ 'ਚ ਹੈ ਕੀ ਆ, ਅਸੀਂ ਕੀ ਕਰਦੇ ਪਏ ਹਾਂ, ਅਸੀਂ ਜ਼ਿੰਦਗੀ ਨੂੰ ਕੀ ਸਮਝੀ ਬੈਠੇ ਹਾਂ। ਅਸੀਂ ਲੁੱਟ ਖਸੁੱਟ ਨੂੰ ਹੀ ਜ਼ਿੰਦਗੀ ਸਮਝੀ ਬੈਠੇ ਹਾਂ। ਜ਼ਿੰਦਗੀ ਤਾਂ ਅਸਲ 'ਚ ਕੁਝ ਹੋਰ ਕੰਮ ਵਾਸਤੇ ਮਿਲੀ ਸੀ। ਕੀ ਪਤਾ ਇਹਦਾ ਮਨ ਨਹੀਂ ਬਦਲ ਜਾਏ। ਇਸ ਘਟਨਾ ਨੇ ਇੱਕ ਹੋਰ ਹਲੂਣਾ ਦੇ ਦਿੱਤਾ। ਉਸ ਹਕੀਮ ਸਾਹਿਬ ਨੂੰ ਇੱਕ ਹੋਰ ਹਲੂਣਾ ਦੇ ਦਿੱਤਾ ਜਿਹੜਾ ਪਹਿਲਾਂ ਹੀ ਵੈਰਾਗੀ ਹੋਇਆ ਬੈਠਾ ਸੀ, ਜਿਹਦੇ ਮਨ 'ਚ ਪਹਿਲਾਂ ਹੀ ਇਹ ਖਿੱਚ ਵੱਜੀ ਹੋਈ ਸੀ ਕਿ ਸੱਚੇ ਪਾਤਸ਼ਾਹ ਜ਼ਿੰਦਗੀ ਐਵੇਂ ਹੀ ਲੰਘ ਗਈ, ਹੁਣ ਤਾਂ ਐਸੀ ਬਿਮਾਰੀ ਲੱਗੀ ਹੈ, ਚਲੋ ਜ਼ਿੰਦਗੀ ਬਚ ਗਈ। ਪਰ ਮਹਿਸੂਸ ਕਰਦਾ ਕਿ ਕੁਝ ਖਟਜ ਲਈਏ। ਜੇ ਅਨੰਦਪੁਰ ਸਾਹਿਬ ਆ ਹੀ ਗਏ ਆ, ਇਹ ਸਿੱਖੀ ਦੀ ਰਾਜਧਾਨੀ 'ਚ ਆ ਗਏ ਆ, ਖਾਲਸੇ ਦੇ ਜਨਮ ਅਸਥਾਨ 'ਤੇ ਆ ਗਏ ਆ, ਕੁਝ ਖੱਟ ਲਈਏ। ਮਨ ਦੇ ਵਿੱਚ ਐਸੀਆਂ ਭਾਵਨਾਵਾਂ ਚੱਲਦੀਆਂ ਪਈਆਂ ਨੇ। ਉਧਰ ਭਾਈ ਗੁਲਾਬੀ ਉਹਦੇ ਮਨ 'ਚ ਵੀ ਐਸੀਆਂ ਭਾਵਨਾਵਾਂ ਚੱਲਦੀਆਂ ਪਈਆਂ ਨੇ। ਆਓ ਉਸ ਭਾਵਨਾ ਨੂੰ ਇੱਕ ਵਾਰੀ ਫੇਰ
ਆਪਾਂ ਉਸੇ ਰੰਗ ਦੇ ਵਿੱਚ ਯਾਦ ਕਰ ਲਈਏ। ਆਪਣੀ ਸੁਰਤੀ ਨੂੰ ਵੀ ਉੱਥੇ ਹੀ ਰੱਖਣਾ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ। ਚਾਹੇ ਆਪਾਂ ਘਰਾਂ 'ਚ ਬੈਠੇ ਹਾਂ, ਇਹ ਗਾਥਾ ਸੁਣਦੇ ਪਏ ਹਾਂ ਗੁਰੂ ਕਲਗੀਧਰ ਦੇ ਪਿਆਰ ਦੀ, ਆਪਾਂ ਆਪਣੇ ਪਿਆਰ ਦੇ ਵਿੱਚ ਗੁਰੂ ਕਲਗੀਧਰ ਨੂੰ ਆਵਾਜ਼ਾਂ ਮਾਰਨੀਆਂ, ਪਾਤਸ਼ਾਹ ਸਾਨੂੰ ਵੀ ਕਬੂਲ ਕਰ ਲੈ, ਸਾਡੇ ਤੇ ਵੀ ਮਿਹਰ ਕਰ ਦੇ, ਜਿਵੇਂ ਤੂੰ ਉਸ ਵੇਲੇ ਕਬੂਲ ਕਰਦਾ ਸੀ, ਆਪਣੇ ਚਰਨਾਂ ਕਮਲਾਂ ਦਾ ਪਿਆਰ ਦਿੰਦਾ ਸੀ, ਸਾਨੂੰ ਵੀ ਕਬੂਲ ਕਰ ਲੈ ਸਤਿਗੁਰੂ। ਸੋ ਆਓ ਇੱਕ ਵਾਰੀ ਫੇਰ ਉਹੀ ਪੰਕਤੀਆਂ ਦੁਹਰਾ ਲਈਏ। ਪਿਓ ਮਿਲ ਜਾਏ ਕਲਗੀਧਰ ਵਰਗਾ, ਪਿਓ ਮਿਲ ਜਾਏ ਕਲਗੀਧਰ ਵਰਗਾ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜਾਏ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜਾਏ, ਜਿਹਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ। ਸੋ ਸੰਗਤ ਜੀ ਆਓ ਗੁਰੂ ਕਲਗੀਧਰ ਤੋਂ ਉਹ ਪਿਆਰ, ਉਹ ਸਨੇਹ, ਉਹ ਮਿਹਰ, ਉਹ ਬਖਸ਼ਿਸ਼ਾਂ ਦੀ ਪ੍ਰਾਪਤੀ ਵਾਸਤੇ ਰਜੋਈਆਂ ਕਰੀਏ। ਆਪਣੀ ਸੁਰਤੀ ਬਿਰਤੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਭੇਟ ਕਰੀਏ। ਮਹਾਰਾਜ ਇਹਨਾਂ ਔਖੀਆਂ ਘੜੀਆਂ 'ਚ ਸਾਨੂੰ ਆਪਣਾ ਮਿਹਰ ਦਾ ਸੁਰੱਖਿਆ ਕਵਚ ਬਖਸ਼ਣ। ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਸੋ ਆਓ ਗੁਰੂ ਕਲਗੀਧਰ ਪਾਤਸ਼ਾਹ ਤੋਂ, ਉਹੀ ਸਾਨੂੰ ਇਹਨਾਂ ਤੱਤੀਆਂ ਹਵਾਵਾਂ ਤੋਂ ਬਚਾ ਸਕਦੇ ਨੇ। ਉਹਨਾਂ ਦਾ ਹੀ ਮਿਹਰ ਭਰਿਆ ਹੱਥ ਸਾਨੂੰ ਇਸ ਖਤਰਨਾਕ ਦੌਰ 'ਚੋਂ ਬਾਹਰ ਕੱਢ ਸਕਦਾ ਹੈ। ਸੋ ਇਸੇ ਪਿਆਰ ਦੇ ਵਿੱਚ ਆਪਾਂ ਜੁੜਾਂਗੇ। ਅੱਜ ਦੀ ਵਿਚਾਰ ਨੂੰ ਇੱਥੇ ਵਿਸ਼ਰਾਮ ਦਿੰਦੇ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।